ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਘਰ ਹੱਥ। ਗਿਆਨ ਅੰਜਨ ਗੁਰ ਦਿਆ, ਅਗਿਆਨ ਅੰਧੇਰ ਬਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਜਾਹੀ ਕੁਲ ਤੇ ਪ੍ਰਗਟ ਹੋਏ, ਤਾਹੀ ਕੁਲ ਕੋ ਨਾਮ। ਪੁਨ ਦਵਾਦਸ ਗੋਰਿੰਦ ਕਉ, ਮੇਰੀ ਹੈ ਪ੍ਰਣਾਮ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਬੈਠੀ ਹੋਈ ਸਾਧ ਸੰਗਤ ਜੀਓ, ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ, ਰਸਨਾ ਨੂੰ ਪਵਿੱਤਰ ਕਰਨ ਲਈ ਇੱਕ ਵਾਰੀ ਸਾਰੇ ਹੀ ਰਲ ਕੇ ਆਖੀਏ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਾਹਿਬ ਜੀ ਸ਼੍ਰਵਣ ਕਰ ਰਹੇ ਸੀ। ਇਤਿਹਾਸ ਇੱਥੋਂ ਤੱਕ ਪਹੁੰਚਿਆ ਹੈ ਕਿ ਪੰਡਤ ਨੇ ਕਾਲੂ ਜੀ ਨੂੰ ਆਖਿਆ ਹੈ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਦੇ ਹੋਣਗੇ ਜਿਵੇਂ ਭਗਵਾਨ ਕ੍ਰਿਸ਼ਨ ਸਨ, ਜਾਂ ਫਿਰ ਇਸ ਤਰ੍ਹਾਂ ਦੇ ਜਿਵੇਂ ਭਗਵਾਨ ਰਾਮ ਚੰਦਰ ਸਨ। ਇਸ ਤੋਂ ਇਲਾਵਾ ਸਤਿਗੁਰੂ ਜੀ ਇਸ ਤਰ੍ਹਾਂ ਦੇ ਆਚਾਰੀਆ ਹੋਣਗੇ ਜਿਸ ਤਰ੍ਹਾਂ ਦਾ ਆਚਾਰੀਆ ਸੀ ਵੇਦ ਵਿਆਸ। ਕੱਲ ਇੱਥੋਂ ਤੱਕ ਕਥਾ ਪਹੁੰਚੀ ਸੀ। ਅੱਜ ਇੱਥੋਂ ਅੱਗੇ ਮੈਂ ਪ੍ਰਾਰੰਭ ਕਰਦਾ। ਸੁਤ ਪਰ ਸ਼ਰਦਾ ਔਰ ਕਰੋ, ਦਰਬ ਪ੍ਰੀਤ ਹਰ ਕੂਰ। ਪਰਮ ਰੂਪ ਪਰਮਾਤਮਾ, ਚਿਦੰ ਚਰਾਚਰ ਮੂਰ। ਪੰਡਤ ਕਾਲੂ ਜੀ ਨੂੰ ਕਹਿੰਦਾ ਕਿ ਤੂੰ ਆਪਣੇ ਪੁੱਤਰ ਦੇ ਉੱਤੇ ਸ਼ਰਧਾ ਨੂੰ ਧਾਰਨ ਕਰ। ਇਸ ਤੋਂ ਇਲਾਵਾ ਜਿਹੜੀ ਧਨ ਦੀ ਪ੍ਰੀਤੀ ਹੈ ਉਸ ਨੂੰ ਛੱਡ ਦੇ, ਕਿਉਂਕਿ ਧਨ ਦੀ ਜਿਹੜੀ ਪ੍ਰੀਤੀ ਹੈ ਇਹ ਤੇ ਕੂੜੀ ਹੈ, ਇਹ ਤੇ ਝੂਠੀ ਹੈ। ਪਰਮ ਰੂਪ ਪਰਮਾਤਮਾ, ਚਿਦੰ ਚਰਾਚਰ ਮੂਰ ਕਹਿਣ ਤੋਂ ਭਾਵ ਹੈ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਪਰਮ ਪੂਰਨ ਨੇ, ਚੇਤਨ ਜੜ ਜੰਗਮ ਦਾ ਮੁੱਢ ਹਨ ਸਤਿਗੁਰੂ ਨਾਨਕ ਜੀ। ਹਿਤ ਪ੍ਰਦ ਵਿਪਰੈ ਕੀ ਬਰ ਬਾਣੀ, ਮੁਖ ਬਲ ਅਸ ਕਵ ਕਾ ਜਿਵ ਮਾਨੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹਿੱਤ ਦੇਣ ਵਾਲੀ ਸ੍ਰੇਸ਼ਟ ਜਿਹੜੀ ਬਾਣੀ ਸੀ ਉਹ ਇਸ ਤਰ੍ਹਾਂ ਦੀ ਸੀ ਕਿ ਜਿਵੇਂ ਮੂੰਹ ਤਾਣੇ ਘੋੜੇ ਦੀ ਲਗਾਮ ਹੋਵੇ। ਇਸ ਤਰੀਕੇ ਦੀ ਬਾਣੀ ਆਖੀ ਸੀ ਕਾਲੂ ਜੀ ਨੂੰ ਉਸ ਪੰਡਤ ਨੇ। ਅਰਨਵ ਯਮੀ ਕੀਰਤੀ ਦਿਆਲਾ, ਦਿਜ ਕੀ ਉਕਤ ਸੁਮੁਕਤਨ ਮਾਲਾ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਅਰਨਵ, ਅਰਨਵ ਤੋਂ ਭਾਵ ਹੈ ਕਿ ਸਮੁੰਦਰ, ਅੰਮ੍ਰਿਤ ਦੇ ਸਮੁੰਦਰ ਦੇ ਵਰਗੀ ਜਿਹੜੀ ਕੀਰਤੀ ਸੀ ਉਹ ਦਿਆਲੂ ਗੁਰੂ ਜੀ ਦੇ ਪੰਡਤ ਨੇ ਬਿਆਨ ਕੀਤੀ। ਦਿਜ ਕੀ ਉਕਤ ਸੁਮੁਕਤਨ ਮਾਲਾ, ਭਾਵ ਕਿ ਪੰਡਤ ਦੀ ਜਿਹੜੀ ਬਾਤਚੀਤ ਸੀ ਉਹ ਇਸ ਤਰ੍ਹਾਂ ਦੀ ਸੀ ਕਿ ਜਿਵੇਂ ਮੋਤੀਆਂ ਦੀ ਕੋਈ ਮਾਲਾ ਹੋਵੇ। ਸਾਕ ਬਣਕ ਜੋ ਕੀਮਤ ਤਾਹੀ, ਨਹੀਂ ਜਾਣੀ ਕਾਲੂ ਮਨ ਮਾਹੀ। ਪਰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਸਾਗ ਵੇਚਣ ਵਾਲਾ ਆਦਮੀ ਹੈ ਉਹ ਕਿਸ ਤਰੀਕੇ ਦੇ ਨਾਲ ਐਸੀ ਕੀਮਤ ਨੂੰ ਜਾਣ ਸਕਦਾ ਹੈ। ਭਾਵ ਕਿ ਸਾਗ ਵੇਚਣ ਵਾਲਾ ਉਹਨਾਂ ਮੋਤੀਆਂ ਦੀ ਮਾਲਾ ਦੀ ਕੀਮਤ ਨਹੀਂ ਜਾਣਦਾ। ਉਸੇ ਤਰੀਕੇ ਦੇ ਨਾਲ ਭਾਵੇਂ ਕਿ ਮੋਤੀਆਂ ਦੀ ਮਾਲਾ ਵਰਗੀਆਂ ਗੱਲਾਂ ਕੀਤੀਆਂ ਸਤਿਗੁਰਾਂ ਦੇ ਬਾਰੇ ਉਸ ਪੰਡਤ ਨੇ, ਪਰ ਇਹ ਜਿਹੜਾ ਕਾਲੂ ਸੀ ਇਹ ਮੰਨੋ ਕਿ ਇੱਕ ਸਾਗ ਵੇਚਣ ਵਾਲਾ ਤੁੱਛ ਆਦਮੀ ਸੀ, ਜਿਹਨੂੰ ਕਿ ਕੀਮਤੀ ਮੋਤੀਆਂ ਦੀ ਮਾਲਾ ਦਾ ਕੋਈ ਅੰਦਾਜ਼ਾ ਨਹੀਂ ਸੀ। ਇਸੇ ਤਰ੍ਹਾਂ ਇਹਨੇ ਉਹਨਾਂ
ਗੱਲਾਂ ਦਾ ਕੋਈ ਮਤਲਬ ਨਾ ਸਮਝਿਆ। ਕਹਿਣ ਤੋਂ ਭਾਵ ਕਿ ਪੰਡਤ ਦੀਆਂ ਗੱਲਾਂ ਦਾ ਕੋਈ ਮੁੱਲ ਨਾ ਪਾਇਆ। ਨਿਜ ਨਕੇਤ ਕੋ ਪੁੰਨ ਚਲ ਆਇਓ, ਜਗਤ ਕਾਜ ਹਿਰਦਾ ਬਿਰ ਮਾਇਓ। ਪੰਡਤ ਦੀਆਂ ਗੱਲਾਂ ਨੂੰ ਸੁਣ ਕੇ ਕਾਲੂ ਜੀ ਆਪਣੇ ਘਰ ਵਾਪਸ ਪਰਤ ਆਏ ਨੇ, ਪਰ ਪੰਡਤ ਦੀ ਆਖੀ ਹੋਈ ਕਿਸੇ ਵੀ ਗੱਲ ਦਾ ਕਾਲੂ ਦੇ ਉੱਤੇ ਕੋਈ ਅਸਰ ਨਾ ਹੋਇਆ। ਘਰ ਆ ਗਿਆ ਤੇ ਆਪਣੇ ਜਗਤ ਦੇ ਧੰਦਿਆਂ ਦੇ ਵਿੱਚ ਫਿਰ ਉਹ ਉਲਝ ਗਿਆ। ਬਾਹਰ ਹੋਇਆ ਸਤ ਅਹਿਰਾ ਪਤ ਪਾਇਓ, ਭਾਈ ਬਿਬਾਵਰ ਗੁਰ ਗ੍ਰਹਿ ਆਇਓ। ਇੰਨੇ ਚਿਰ ਨੂੰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੂਰਜ ਅਸਤ ਹੋ ਗਿਆ, ਸ਼ਾਮਾਂ ਪੈ ਗਈਆਂ ਤੇ ਫਿਰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਿਹੜੇ ਕਿ ਦਿਨ ਭਰ ਬਾਹਰ ਹੀ ਖੇਡਦੇ ਰਹਿੰਦੇ ਸਨ, ਉਹ ਘਰ ਦੇ ਵਿੱਚ ਆਏ। ਹੇਰਤ ਮਾਤ ਰੂਪ ਬਲ ਜਾਵੇ, ਪਾਣ ਆਪਣੇ ਭੋਜ ਖਵਾਵੇ। ਜਦੋਂ ਵੀ ਮਾਤਾ ਜੀ ਸਤਿਗੁਰਾਂ ਨੂੰ ਦੇਖਦੇ ਸਨ ਤੇ ਬਹੁਤ ਹੀ ਜ਼ਿਆਦਾ ਬਲਹਾਰ ਜਾਂਦੇ ਸਨ। ਆਪਣੇ ਹੱਥਾਂ ਦੇ ਨਾਲ ਹੀ ਸਤਿਗੁਰਾਂ ਨੂੰ ਉਹ ਖਾਣਾ ਖਵਾਉਂਦੇ ਸਨ। ਪੈ ਪਿਆਏ ਪੁਨ ਮਾਤ ਲੈ, ਸੂਤੀ ਸੁਠ ਪਰ ਅੰਕ, ਪਲਕ ਜੁਟੀ ਸੁੰਦਰ ਬਦਨ, ਸਦਨ ਹਲਾਦ ਮਯੰਕ। ਰਾਤ ਦੇ ਵੇਲੇ ਦੁੱਧ ਪਿਆ ਕੇ ਮਾਤਾ ਆਪਣੇ ਪੁੱਤਰ ਨੂੰ ਨਾਲ ਲੈ ਕੇ ਸੋਹਣੇ ਪਲੰਗ ਦੇ ਉੱਤੇ ਲੰਮੇ ਪੈ ਗਈ। ਪਲਕ ਜੁਟੀ ਸੁੰਦਰ ਬਦਨ, ਸਦਨ ਅਹਿਲਾਦ ਮਯੰਕ। ਦੋਵਾਂ ਦੀਆਂ ਪਲਕਾਂ ਜੁਟ ਗਈਆਂ ਨੇ, ਭਾਵ ਕਿ ਪਲਕਾਂ ਬੰਦ ਹੋ ਗਈਆਂ ਨੇ। ਇੱਕ ਪਾਸੇ ਮਾਤਾ ਜੀ ਦੀਆਂ ਤੇ ਦੂਸਰੇ ਪਾਸੇ ਸਤਿਗੁਰਾਂ ਦੀਆਂ। ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦਾ ਜਿਹੜਾ ਮੁਖੜਾ ਹੈ ਉਹ ਮਯੰਕ ਦੇ ਵਰਗਾ ਹੈ, ਚੰਦਰਮਾ ਵਰਗਾ ਹੈ। ਸਵਾ ਜਾਮ ਜਬ ਰਹੀ ਤ੍ਰਿਜਾਮਾ, ਜਨਨੀ ਸੁਪਨਾ ਪੇਖ ਅਬੀਰਾਮਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਵਾ ਪਹਿਰ ਰਾਤ ਰਹਿੰਦੀ ਸੀ, ਉਸ ਵੇਲੇ ਮਾਤਾ ਤ੍ਰਿਪਤਾ ਜੀ ਨੂੰ ਇੱਕ ਸੁਪਨਾ ਸੁੰਦਰ ਆਉਣਾ ਸ਼ੁਰੂ ਹੋਇਆ। ਸੁੰਦਰ ਦੁੱਤ ਬ੍ਰਿੰਦਾਰਕ ਬ੍ਰਿੰਦਾ, ਮਿਲ ਕਰ ਆਏ ਕਰਤ ਆਨੰਦਾ। ਮਾਤਾ ਤ੍ਰਿਪਤਾ ਜੀ ਨੇ ਸੁਪਨੇ ਦੇ ਵਿੱਚ ਇਹ ਦੇਖਿਆ ਕਿ ਬਹੁਤ ਹੀ ਜ਼ਿਆਦਾ ਕ੍ਰਾਂਤੀ ਵਾਲੇ ਬਹੁਤੇ ਸਾਰੇ ਜਿਹੜੇ ਦੇਵਤੇ ਨੇ ਉਹ ਇਕੱਠੇ ਹੋ ਕੇ ਆ ਗਏ ਨੇ, ਬੜੀਆਂ ਖੁਸ਼ੀਆਂ ਤੇ ਆਨੰਦ ਮਨਾਉਂਦੇ ਹੋਏ। ਮੰਜਲ ਕੁਸਮਾ ਜੁਲ ਮਲ ਆਗਰ, ਕਰ ਕਪੂਰ ਬਰ ਗੰਧ ਅਜਾਗਰ। ਬਹੁਤ ਸਾਰੇ ਉਜਲ ਫੁੱਲਾਂ ਦੇ ਜਿਹੜੇ ਬੁੱਕ ਨੇ ਉਹਨਾਂ ਨੇ ਭਰੇ ਹੋਏ ਨੇ। ਇਸ ਤੋਂ ਇਲਾਵਾ ਚੰਦਨ ਹੱਥ ਦੇ ਵਿੱਚ ਫੜਿਆ ਹੋਇਆ ਹੈ। ਇਸ ਤੋਂ ਇਲਾਵਾ ਜਿਹੜੀਆਂ ਬਹੁਤ ਸਾਰੀਆਂ ਹੋਰ ਖੁਸ਼ਬੂਆਂ ਨੇ ਉਹਨਾਂ ਸਾਰੀਆਂ ਨੂੰ ਮਿਲਾਇਆ ਗਿਆ ਹੈ। ਕਰ ਕਪੂਰ ਗੰਧ ਉਜਿਆਰ। ਇਸ ਤੋਂ ਇਲਾਵਾ ਜਿਹੜਾ ਕਪੂਰ ਹੈ ਉਹਦੀ ਵੀ ਸੁਗੰਧੀ ਨੂੰ ਨਾਲ ਮਿਲਾਇਆ। ਦੇਖਾ ਏਕ ਸਿੰਘਾਸਣ ਸੁੰਦਰ, ਸੂਚੇ ਮਾਣਕ ਗਚ ਰੁਚ ਰੰਦਰ। ਇਸ ਤੋਂ ਬਾਅਦ ਮਾਤਾ ਜੀ ਨੇ ਸੁਪਨੇ ਦੇ ਵਿੱਚ ਹੀ ਇਹ ਦੇਖਿਆ ਹੈ ਇੱਕ ਬਹੁਤ ਹੀ ਉੱਚਾ ਵੱਡਾ ਸੁੰਦਰ ਸਿੰਘਾਸਣ ਹੈ। ਸੂਚੇ ਮਾਣਕ ਗਚ ਰੁਚ ਰਿੰਦਰ, ਭਾਵ ਕਿ ਸੁੱਚੇ ਮਣੀਆਂ ਦੇ ਨਾਲ ਉਹ ਬਿਲਕੁਲ ਗਚਾ ਗਚ ਹੈ। ਸੁੱਚੇ ਮੋਤੀ ਉਹਦੇ ਵਿੱਚ ਮੜੇ ਹੋਏ ਨੇ। ਤਾਂ ਪਰ ਹੇਰਾ ਨਿਜ ਸੁਤ ਬੈਸਾ, ਸ਼ੋਭਾ ਕੋਟ ਕਾਮ ਨਹੀਂ ਤੈਸਾ। ਇਸ ਤੋਂ ਬਾਅਦ ਮਾਤਾ ਤ੍ਰਿਪਤਾ ਜੀ ਨੇ ਇਹ ਦੇਖਿਆ ਹੈ ਕਿ ਉਸ ਵੱਡੇ ਸਿੰਘਾਸਣ ਦੇ ਉੱਤੇ ਮੇਰਾ ਹੀ ਪੁੱਤਰ ਸ਼ਿਸ਼ੋਭਤ ਹੈ। ਮੇਰਾ ਹੀ ਪੁੱਤਰ ਭਾਵ ਕਿ ਸਤਿਗੁਰੂ ਨਾਨਕ ਜੀ ਹੀ ਬੈਠੇ ਹੋਏ ਨੇ। ਸ਼ੋਭਾ ਕੋਟ ਕਾਮ ਨਹੀਂ ਤੈਸਾ। ਮਾਤਾ ਜੀ ਨੇ ਦੇਖਿਆ ਕਿ ਕਰੋੜਾਂ ਜਿਹੜੇ ਕਾਮਦੇਵ ਨੇ ਉਹਨਾਂ ਦੀ ਵੀ ਸ਼ੋਭਾ ਮੇਰੇ ਪੁੱਤਰ ਦੇ ਸਾਹਮਣੇ ਤੁੱਛ ਹੈ। ਨਿਰਜੁਰ ਜਜੈ ਅੰਜਲੀ ਜੋਰੀ, ਭਣਤ ਬਿਨੈ ਮਨ ਪ੍ਰੀਤ ਨਾ ਥੋਰੀ। ਹੁਣ ਮਾਤਾ ਜੀ ਉਹ ਸੁਪਨੇ ਦੇ ਵਿੱਚ ਦੇਖ ਰਹੇ ਨੇ।
ਉੱਚੇ ਸਿੰਘਾਸਣ ਦੇ ਉੱਤੇ ਮੇਰਾ ਪੁੱਤਰ ਬੈਠਾ ਹੋਇਆ। ਜਿੰਨੇ ਵੀ ਦੇਵਤੇ ਨੇ ਉਹ ਸਾਰੇ ਹੱਥ ਜੋੜ ਕੇ ਖਲੋਤੇ ਨੇ। ਇਸ ਤੋਂ ਇਲਾਵਾ ਆਪੋ ਆਪਣੀਆਂ ਬੇਨਤੀਆਂ ਉਹ ਕਰ ਰਹੇ ਨੇ। ਉਸਤਤ ਯੁਕਤੈ ਅਨਕ ਬਿਦ ਜੈ ਜੈ ਬਚਨ ਉਚਾਰ ਪਾਵਨ ਪਰਮ ਪੁਰਾਤਨ ਪੁਰਖ ਨ ਪਾਰਾਵਾਰ। ਪੂਰੀ ਵਿਧੀ ਦੇ ਨਾਲ ਉਹਨਾਂ ਸਾਰਿਆਂ ਦੇਵਤਿਆਂ ਨੇ ਸਤਿਗੁਰਾਂ ਦੀ ਪੂਜਾ ਕੀਤੀ ਹੈ। ਜਿੰਨੀਆਂ ਵੀ ਸੁਗੰਧੀਆਂ ਸੀ ਉਹ ਸਾਰੀਆਂ ਦੀਆਂ ਸਾਰੀਆਂ ਸਤਿਗੁਰਾਂ ਦੇ ਸਰੀਰ ਦੇ ਉੱਤੇ ਛਿੜਕੀਆਂ ਨੇ। ਇਸ ਤੋਂ ਇਲਾਵਾ ਬਹੁਤ ਸਾਰੀਆਂ ਜਿਹੜੀਆਂ ਸੁਗੰਧੀਦਾਰ ਚੀਜ਼ਾਂ ਸੀ ਉਹਨਾਂ ਦਾ ਛਿੜਕਾਅ ਉੱਪਰ ਸਰੀਰ ਦੇ ਕੀਤਾ ਹੈ। ਫਿਰ ਅਨੇਕਾਂ ਹੀ ਤਰ੍ਹਾਂ ਦੀਆਂ ਬੇਨਤੀਆਂ ਕਰਦੇ ਨੇ ਤੇ ਜੈ ਜੈ ਦੇ ਬਚਨ ਵੀ ਉਚਾਰਨ ਕੀਤੇ। ਪਾਵਨ ਪਰਮ ਪੁਰਾਤਨ ਪੁਰਖ ਨ ਪਾਰਾਵਾਰ। ਮਾਤਾ ਜੀ ਨੂੰ ਸੁਪਨੇ ਦੇ ਵਿੱਚ ਇਹ ਵੀ ਗੱਲ ਪ੍ਰਗਟ ਰੂਪ ਦੇ ਵਿੱਚ ਦਿਸੀ ਹੈ। ਉਹਨਾਂ ਨੇ ਅਰਜ਼ ਕੀਤੀ ਹੈ ਕਿ ਹੇ ਪਾਵਨ, ਹੇ ਪਰਮ ਪੁਰਾਤਨ ਪੁਰਖ ਨਾ ਪਾਰਾਵਾਰ, ਤੁਹਾਡਾ ਕੋਈ ਪਾਰਾਵਾਰ ਨਹੀਂ। ਤਾਰੇ ਅਲੰਬ ਕੇ ਦੇਵਨ ਹੇਤੂ ਪ੍ਰਗਟੇ ਸਿਰ ਬੇਦੀ ਕੁਲ ਕੇਤੂ। ਦੇਵਤਿਆਂ ਨੇ ਅਰਜ਼ ਕੀਤੀ ਹੈ ਕਿ ਧਰਤੀ ਨੂੰ ਆਸਰਾ ਦੇਣ ਦੇ ਵਾਸਤੇ ਹੇ ਸਤਿਗੁਰੂ ਜੀ ਤੁਸੀਂ ਬੇਦੀ ਕੁਲ ਦੇ ਵਿੱਚ ਅਵਤਾਰ ਨੂੰ ਧਾਰਨ ਕੀਤਾ। ਇਹ ਬਿਦ ਬਿਬਦ ਸੁਬਦਨ ਬਦ ਪਦ ਅਰਬਿੰਦ ਮਨਾਏ ਗਏ ਆਪਣੇ ਲੋਕ ਕੋ ਜਹ ਜਹ ਤੇ ਸੋਆਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੁਪਨੇ ਦੇ ਵਿੱਚ ਮਾਤਾ ਤ੍ਰਿਪਤਾ ਜੀ ਨੇ ਦੇਖਿਆ ਹੈ ਕਿ ਬਹੁਤ ਤਰੀਕੇ ਦੇ ਨਾਲ ਇਸ ਤਰ੍ਹਾਂ ਦੀ ਮਹਿਮਾ ਕਹਿ ਕੇ ਤੇ ਫਿਰ ਸਾਰੇ ਦੇ ਸਾਰੇ ਜਿੰਨੇ ਵੀ ਦੇਵਤੇ ਆਏ ਸੀ ਉਹ ਸਤਿਗੁਰਾਂ ਦੇ ਚਰਨ ਕਮਲਾਂ ਦੇ ਉੱਤੇ ਨਮਸਕਾਰ ਕਰਕੇ ਆਪੋ ਆਪਣੀਆਂ ਪੁਰੀਆਂ ਦੇ ਵਿੱਚ ਪਹੁੰਚ ਗਏ। ਅਚਰਜ ਭਈ ਹੇਰ ਕਰ ਮਾਤਾ ਜਾਨੀ ਪਰ ਨ ਗਤ ਨਿਜ ਤਾਤਾ। ਸੁਪਨੇ ਦੇ ਵਿੱਚ ਹੀ ਐਸੀ ਰੀਤੀ ਨੂੰ ਦੇਖ ਕੇ ਮਾਤਾ ਜੀ ਬਹੁਤ ਹੀ ਜ਼ਿਆਦਾ ਹੈਰਾਨ ਹੋਏ ਨੇ। ਜਾਨੀ ਪਰ ਨ ਗਤ ਨਿਜ ਤਾਤਾ ਕਿ ਮੇਰਾ ਪੁੱਤਰ ਕਿਸ ਤਰ੍ਹਾਂ ਦੀਆਂ ਸ਼ਕਤੀਆਂ ਦਾ ਮਾਲਕ ਹੈ, ਇਸ ਦਾ ਕੁਝ ਪਤਾ ਨਹੀਂ ਲੱਗਦਾ। ਭਾਇਓ ਹਿਰਦੈ ਮੈਂ ਸੰਭ੍ਰਮ ਜਾਗੀ ਸੁਤ ਅਵੈਵ ਸਭ ਦੇਖਣ ਲਾਗੀ। ਇੱਕਦਮ ਹਿਰਦੇ ਦੇ ਵਿੱਚ ਬਹੁਤ ਘਬਰਾਹਟ ਪੈਦਾ ਹੋਈ। ਸੰਸੇ ਦੇ ਵਿੱਚ ਇੱਕਦਮ ਉਹਦੀ ਜਾਗ ਖੁੱਲ ਗਈ। ਸੁਤ ਅਵੈਵ ਸਭ ਦੇਖਣ ਲੱਗੀ ਤੇ ਜਦੋਂ ਹੀ ਜਾਗ ਖੁੱਲੀ ਹੈ ਉਸੇ ਵੇਲੇ ਉੱਠ ਕੇ ਉਹ ਆਪਣੇ ਪੁੱਤਰ ਦੇ ਵੱਲ ਦੇਖਣ ਲੱਗੀ। ਚੰਦਨ ਸੋ ਚਰਚਤ ਹੈ ਸਾਰੇ ਬਹੁ ਸੁਗੰਧ ਸੋ ਜਜੇ ਨਿਹਾਰੇ। ਜਦੋਂ ਹੀ ਸਤਿਗੁਰਾਂ ਦੇ ਸਰੀਰ ਦੇ ਵੱਲ ਮਾਤਾ ਤ੍ਰਿਪਤਾ ਜੀ ਨੇ ਉੱਠ ਕੇ ਝਾਤੀ ਮਾਰੀ ਹੈ ਤੇ ਸਾਰੇ ਦੇ ਸਾਰੇ ਜਿਹੜੇ ਅੰਗ ਨੇ ਉਹਨਾਂ ਦੇ ਉੱਤੇ ਬਹੁਤ ਸਾਰਾ ਚੰਦਨ ਆਦਿਕ ਛਿੜਕਿਆ ਦਿਖਾਈ ਦਿੱਤਾ। ਸੰਭ੍ਰਮ ਮਨ ਨਹੀਂ ਥਿਰਤਾ ਹੋਈ ਕਿਦੋਂ ਸਾਚ ਕੇ ਸੁਪਨਾ ਸੋਈ। ਜਦੋਂ ਉਸੇ ਤਰੀਕੇ ਦੇ ਨਾਲ ਸਤਿਗੁਰਾਂ ਦੇ ਸਰੀਰ ਨੂੰ ਦੇਖਿਆ ਕਿ ਬਹੁਤੀਆਂ ਹੀ ਮਹਿਕਾਂ ਦੇ ਨਾਲ ਉਹ ਸੋਭਾ ਪਾ ਰਿਹਾ। ਇਸ ਤੋਂ ਇਲਾਵਾ ਜਿਹੜੇ ਫੁੱਲ ਆਦਿਕ ਨੇ ਉਹ ਵੀ ਸਰੀਰ ਦੇ ਅੰਗਾਂ ਦੇ ਉੱਤੇ ਚੰਬੜੇ ਹੋਏ ਨੇ ਤੇ ਹੋਰ ਵੀ ਜ਼ਿਆਦਾ ਬਹੁਤ ਜ਼ਿਆਦਾ ਹੈਰਾਨ ਮਾਤਾ ਤ੍ਰਿਪਤਾ ਜੀ ਹੋ ਗਈ। ਨਹੀਂ ਥਿਰਤਾ ਹੋਈ ਭਾਵ ਕਿ ਆਪਣੇ ਮਨ ਨੂੰ ਅਸਥਿਰਤਾ ਦੇ ਵਿੱਚ ਨਹੀਂ ਲਿਆ ਰਹੇ। ਕਿਦੋਂ ਸਾਚ ਕੇ ਸੁਪਨਾ ਸੋਈ, ਸੋਚਣ ਲੱਗੀ ਹੈ ਕਿ ਮੈਨੂੰ ਤੇ ਸੁਪਨਾ ਆਇਆ ਸੀ ਕਿ ਜਾਂ ਸੱਚਮੁੱਚ ਹੀ ਇਸੇ ਤਰ੍ਹਾਂ ਹੋਇਆ, ਕਿਉਂਕਿ ਸੁਪਨੇ ਦੇ ਵਿੱਚ ਮੈਂ ਇਸ ਤਰ੍ਹਾਂ ਦੇਖਿਆ ਕਿ ਮੇਰਾ ਪੁੱਤਰ ਬਹੁਤ ਵੱਡੇ ਸਿੰਘਾਸਣ ਤੇ ਬੈਠਾ ਹੈ। ਦੇਵਤੇ ਆਏ ਨੇ, ਉਹਨਾਂ ਨੇ ਬੜੀ ਪੂਜਾ ਕੀਤੀ ਹੈ, ਬੜੀਆਂ ਸੁਗੰਧੀਆਂ ਦਾ ਛਿੜਕਾਅ ਕੀਤਾ ਹੈ। ਉਹ ਤੇ ਮੈਂ ਸੁਪਨੇ ਦੇ ਵਿੱਚ ਦੇਖਿਆ ਸੀ, ਪਰ ਹੁਣ ਜਦੋਂ ਮੇਰੀ ਜਾਗ ਖੁੱਲ ਗਈ ਹੈ ਪ੍ਰਤੱਖ ਰੂਪ ਦੇ ਵਿੱਚ ਮੈਂ ਦੇਖ ਰਹੀ ਹਾਂ ਕਿ ਜੋ ਕੁਝ ਸੁਪਨੇ ਦੇ ਵਿੱਚ ਹੋਇਆ ਸੀ ਉਸੇ ਤਰ੍ਹਾਂ ਇਹਨਾਂ ਦੇ ਸਰੀਰ ਦੇ ਉੱਤੇ ਚਿੰਨ ਦਿਖਾਈ ਦਿੰਦੇ। ਹਿਰਦੈ ਵਿਚਾਰਤ ਆਰਤ ਮਾਤਾ ਨਿਰਨੈ ਹੋਏ ਨਾ ਏਕੈ ਬਾਤਾ।
माता जी बहुत ही ज्यादा आड़त ने, घबराए हुए ने, पर कोई भी जिहड़ी गल है ना वो निर्णय दे विच नहीं आउंदी। सुत की महिमा मन में मानी, एह अवतार सत चित जानी। बहुता ज्यादा सोचन विचारन तो बाद आखिरकार माता तृप्ता जी इस नतीजे दे उत्ते पहुंचे ने कि भावें मैं सुपने दे विच इस गल नूं देखिया, पर यह जो कुछ होया है ये प्रतख होया है। मेरे पुत्र दी जिहड़ी महिमा है ना ये बहुत वड्डी है। ये अवतारी पुरुष ने, ये अवतार ने इस गल नूं सच्चा मन्निया माता तृप्ता ने। जिसके पद अरविंद को देव रूप बहो आए, करी आप चित प्रीत सो बारा बार सिर न्याय। माता जी सोचते ने कि जिदे चरण कमलों के उत्ते दिव्य स्वरूप वाले देवतियां ने नमस्कारां कीतियां ने, प्रीत दे नाल बार बार वो इन्हां दे सीस दे उत्ते चुके ने, इस करके इन्हां नूं सिर नवाया है ये अवतार ने। हाँ हेरे सुपने की न्याई, अब लो चर्चो बिदत दिसाई। माता जी सोचते ने कि भावें मैं इस सारी रीति नूं एक सुपने दे वांग देखिया है, पर सुपना ये सच्चा सी, क्योंकि अब लो चर्चो बिदत दिसाई हुण तक इन्हां दे शरीर दे अंगां दे उत्ते ਉਹ ਜਿਹੜੀਆਂ ਖੁਸ਼ਬੂਆਂ ਛਿੜਕੀਆਂ ਹੋਈਆਂ ਨੇ ਉਹ ਪ੍ਰਗਟ ਨੇ। ਚਿਤ ਵਿਚਾਰ ਕਰ ਤਿਉ ਪਰ ਬਾਤੂ, ਚੜਿਓ ਸੁਮਾਰ ਤਾਂਡ ਬਖੇ ਆਤੂ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਚਿੱਤ ਦੇ ਵਿੱਚ ਵਿਚਾਰਾਂ ਕਰਦਿਆਂ ਕਰਦਿਆਂ ਹੀ ਸਵੇਰ ਹੋ ਗਈ ਹੈ। ਕਵੀ ਜੀ ਲਿਖਦੇ ਨੇ ਕਿ ਪ੍ਰਗਟ ਰੂਪ ਦੇ ਵਿੱਚ ਜਿਹੜਾ ਮਾਰ ਤਨ ਸੀ, ਜਿਹੜਾ ਸੂਰਜ ਸੀ, ਉਹ ਪ੍ਰਕਾਸ਼ਮਾਨ ਹੋਇਆ। ਜਾਨੀ ਨਾਨਕ ਜੀ ਮਨ ਮਾਤਾ, ਤਾਣ ਦਈ ਤਬ ਮੋਹ ਕਨਾਤਾ। ਹੁਣ ਅੰਤਰਜਾਮੀ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸਾਰਾ ਕੁਝ ਜਾਣਦੇ ਸਨ ਕਿ ਮਾਤਾ ਜੀ ਨੇ ਅੱਜ ਕੀ ਰਾਤ ਦੇ ਵੇਲੇ ਦੇਖਿਆ ਹੈ। ਇਸ ਕਰਕੇ ਸਤਿਗੁਰਾਂ ਨੇ ਕੀ ਕੀਤਾ, ਤਾਣ ਦਈ ਤਬ ਮੋਹ ਕਨਾਤਾ। ਮੋਹ ਦੀ ਜਿਹੜੀ ਕਨਾਤ ਸੀ ਨਾ ਉਹ ਮਾਤਾ ਦੇ ਦੁਆਲੇ ਤਾਣ ਦਿੱਤੇ, ਭਾਵ ਕੇ ਫਿਰ ਉਸ ਨੂੰ ਭੁਲਾ ਦਿੱਤਾ ਜੋ ਵੀ ਕੁਝ ਉਸਨੇ ਦੇਖਿਆ। ਜਾਗੇ ਪੁਣ ਕਰਕੇ ਮੁਖ ਰੂਖਾ, ਕਹਿ ਮਾਤ ਦੇ ਪੂਜਨ ਭੂਖਾ। ਹੁਣ ਮਾਤਾ ਜੀ ਨੇ ਜੋ ਕੁਝ ਰਾਤ ਦੇ ਵੇਲੇ ਦੇਖਿਆ ਸੀ ਐਸੀ ਮਾਇਆ ਪਾ ਦਿੱਤੀ ਹੈ ਕਿ ਬਿਲਕੁਲ ਵੀ ਮਾਤਾ ਨੂੰ ਕੋਈ ਪਤਾ ਨਾ ਲੱਗਾ ਕਿ ਕੀ ਹੋਇਆ। ਜਾਗੇ ਪੁਣ ਕਰਕੇ ਮੁਖ ਰੂਖਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰੁੱਖਾ ਜਿਹਾ ਮੁਖ ਕਰਕੇ ਆਪਣਾ, ਤੇ ਮਾਤਾ ਜੀ ਨੂੰ ਸਤਿਗੁਰੂ ਜੀ ਕਹਿੰਦੇ ਨੇ ਮਾਤਾ ਦੇ ਭੋਜਨ ਭੂਖਾ, ਮੈਨੂੰ ਭੁੱਖ ਲੱਗੀ ਹੈ, ਭੋਜਨ ਦੇ। ਨਿਸਕੀ ਪੂਲੀ ਸਕਲ ਵਿਚਾਰਾ, ਲਖੀ ਹਿਰਦੈ ਸੁਤ ਮੈਂ ਭੁਖੇ ਆਰਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਰਾਤ ਦੀ ਸਾਰੀ ਜਿਹੜੀ ਵਿਥਿਆ ਸੀ ਉਹ ਬਿਲਕੁਲ ਭੁੱਲ ਗਈ ਹੈ। ਲਖੀ ਹਿਰਦੈ ਸੁਤ ਮੈਂ ਭੁਖਿਆਰਾ, ਇਹੀ ਮਾਤਾ ਜੀ ਨੇ ਮਨ ਦੇ ਵਿੱਚ ਸਮਝਿਆ ਹੈ ਕਿ ਮੇਰਾ ਪੁੱਤਰ ਰੋਟੀ ਮੰਗ ਰਿਹਾ ਹੈ, ਇਹ ਭੁੱਖਾ ਹੈ। ਦਦ ਸੋ ਅਸਨ ਦੀਨ ਹਿਤ ਖਾਨੇ, ਜਿਉ ਆਗੇ ਜਾਣੇ ਤਿਉ ਜਾਣੇ। ਮਾਤਾ ਤ੍ਰਿਪਤਾ ਜੀ ਨੇ ਉਸੇ ਵੇਲੇ ਦਦ ਸੋ ਅਸਨ ਦੀਨ, ਦਹੀਂ ਦੇ ਨਾਲ ਰੋਟੀ ਦਿੱਤੀ ਹੈ ਖਾਣ ਦੇ ਵਾਸਤੇ, ਜਿਵੇਂ ਪਹਿਲਾਂ ਆਪਣਾ ਪੁੱਤਰ ਸਮਝਦੇ ਸੀ ਉਸੇ ਤਰ੍ਹਾਂ ਹੀ ਸਮਝੇ। ਆਸਨ ਸਦਨ ਤੇ ਅਚਵ ਕੈ, ਮਿਲੇ ਬਾਲ ਜਹ ਜਾਲ। ਪਦ ਨੂੰ ਪਰ ਕਟ ਕਿੰਕਨੀ, ਹੋਵਤ ਸ਼ਬਦ ਵਿਸਾਲ। ਖਾਣਾ ਖਾ ਕੇ, ਰੋਟੀ ਖਾ ਕੇ ਉਸੇ ਵੇਲੇ ਘਰੋਂ ਬਾਹਰ ਬਾਲਕਾਂ ਦੇ ਨਾਲ ਖੇਡਣ ਦੇ ਵਾਸਤੇ ਚਲੇ ਗਏ ਨੇ। ਬਹੁਤ ਸਾਰੇ ਬੱਚੇ ਇਕੱਠੇ ਹੋਏ ਸਨ, ਉਹਨਾਂ ਦੇ ਨਾਲ ਖੇਡਣ ਲੱਗੇ ਨੇ। ਪੈਰਾਂ ਦੇ ਵਿੱਚ ਝਾਂਜਰਾਂ ਪਾਈਆਂ ਹੋਈਆਂ ਨੇ। ਇਸ ਤੋਂ ਇਲਾਵਾ ਲੱਕ ਦੇ ਨਾਲ ਜਿਹੜੀ ਤਲਾਗੀ ਹੈ ਉਹਦੇ ਨਾਲ ਵੀ ਘੁੰਗਰੂ ਬੱਧੇ ਹੋਏ ਨੇ,
ਜਦੋਂ ਖੇਡਦੇ ਨੇ ਤੇ ਉਹਨਾਂ ਦੇ ਵਿੱਚੋਂ ਸੁੰਦਰ ਆਵਾਜ਼ ਪੈਦਾ ਹੁੰਦੀ। ਵਿਚਰੈ ਖੇਲਣ ਮੈਂ ਅਨੁਰਾਗੇ, ਭਾਗੇ ਭਾਗੈ ਬਾਲ ਸੁਭਾਗੇ। ਖੇਡ ਦੇ ਵਿੱਚ ਪ੍ਰੇਮ ਦੇ ਨਾਲ ਵਿਚਰੇ ਨੇ, ਪ੍ਰੇਮ ਦੇ ਨਾਲ ਖੇਡ ਨੂੰ ਖੇਡਦੇ ਨੇ। ਭਾਗੇ ਭਾਗੈ ਬਾਲ ਸੁਭਾਗੇ, ਭਾਵ ਕਿ ਜੇ ਸਤਿਗੁਰੂ ਜੀ ਭੱਜਣ ਤਾਂ ਭਾਗਾਂ ਵਾਲੇ ਜਿਹੜੇ ਬਾਲਕ ਨੇ ਉਹ ਵੀ ਮਗਰ ਭੱਜਦੇ ਨੇ। ਥਿਰ ਹੋਵਤ ਸਾਰੇ, ਬੈਸੈ ਬੈਸ ਜਾਏ ਇੱਕ ਬਾਰੇ। ਭਾਵ ਕਿ ਜੇ ਸਤਿਗੁਰੂ ਜੀ ਦੌੜਦੇ ਨੇ ਤੇ ਪਿੱਛੇ ਸਾਰੇ ਬੱਚੇ ਦੌੜਦੇ ਨੇ, ਜੇ ਰੁਕ ਜਾਂਦੇ ਨੇ ਤੇ ਸਾਰੇ ਰੁਕ ਜਾਂਦੇ ਨੇ, ਜੇ ਬਹਿ ਜਾਂਦੇ ਨੇ ਸਤਿਗੁਰੂ ਜੀ ਤੇ ਸਾਰੇ ਦੇ ਸਾਰੇ ਇੱਕੋ ਵਾਰੀ ਲਾਗੇ ਬਹਿ ਜਾਂਦੇ ਨੇ। ਨਾਨਕ ਆਨਣ ਭਨੈ ਕਹਾਣੀ, ਭਗਤ ਬਿਰਾਗ ਵਿਖੈ ਜੋ ਸਾਨੀ। ਤੇ ਫਿਰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਪਣੇ ਨਾਲ ਦੇ ਸਾਥੀ ਬੱਚਿਆਂ ਨੂੰ ਕਹਿੰਦੇ ਨੇ, ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣਾ। ਕਹਾਣੀ ਇਸ ਤਰ੍ਹਾਂ ਦੀ ਸੁਣਾਉਂਦੇ ਨੇ, ਕਵੀ ਜੀ ਲਿਖਦੇ ਨੇ, ਭਗਤ ਵਿਰਾਗ ਵਿਖੈ ਜੋ ਸਾਨੀ। ਐਸੀ ਕਹਾਣੀ ਹੁੰਦੀ ਹੈ ਜਿਹਦੇ ਵਿੱਚ ਭਗਤੀ ਹੁੰਦੀ ਹੈ, ਜਿਹਦੇ ਵਿੱਚ ਵਿਰਾਗ ਛੁਪਿਆ ਹੁੰਦਾ ਹੈ। ਗੇਰਾ ਸੁਗੰਧ ਬਦਨ ਅਰਬਿੰਦਾ, ਜੁਗਤ ਯੁਕਤ ਸੁੰਦਰ ਮਕਰੰਦਾ। ਜਿਹੜੀ ਸਤਿਗੁਰਾਂ ਦੀ ਬੋਲ ਬਾਣੀ ਹੈ ਉਹ ਬਹੁਤ ਹੀ ਜ਼ਿਆਦਾ ਮਧੁਰ ਤੇ ਇਸ ਤਰ੍ਹਾਂ ਦੀ ਹੁੰਦੀ ਹੈ ਜਿਵੇਂ ਕਿ ਸੁਗੰਧੀ ਵਾਲੀ ਹੋਵੇ। ਜਿਸ ਤਰ੍ਹਾਂ ਕਿ ਭੌਰੇ ਕਮਲ ਦੇ ਫੁੱਲ ਦੇ ਉੱਤੇ ਮੰਡਰਾਉਂਦੇ ਨੇ, ਇਕੱਠੇ ਹੋ ਜਾਂਦੇ ਨੇ, ਇਸ ਤਰ੍ਹਾਂ ਦੀ ਜਿਹੜੀ ਬਾਣੀ ਹੈ ਨਾ ਉਹ ਉਹਨਾਂ ਬਾਲਾਂ ਨੂੰ ਭਰਮਾਉਂਦੀ। ਆਵਤ ਜਾਵਤ ਮਨਜ ਕੋ, ਸੁਣਤ ਠਾੜ ਹੋਏ ਜਾਏ, ਪੰਡਤ ਸੇ ਮਦਰੇ ਲਗੈ ਕੀਰਤ ਬਦਨ ਆਲਾਏ। ਹੁਣ ਸਤਿਗੁਰੂ ਜੀ ਜਦੋਂ ਕੁਝ ਸੁਣਾਉਂਦੇ ਨੇ ਬੱਚਿਆਂ ਨੂੰ ਤੇ ਕਵੀ ਜੀ ਲਿਖਦੇ ਨੇ ਕਿ ਉਹਨਾਂ ਦੀ ਸੁਣਾਉਣੀ ਦੇ ਉੱਤੇ ਹੀ ਬੱਚੇ ਮਸਤ ਹੋ ਜਾਂਦੇ ਨੇ। ਸਿਰਫ ਬੱਚੇ ਹੀ ਮਸਤ ਨਹੀਂ ਹੁੰਦੇ, ਕਵੀ ਜੀ ਲਿਖਦੇ ਨੇ ਕਿ ਜੇ ਕੋਈ ਰਾਹੀ ਉੱਥੋਂ ਲਾਗੋਂ ਦੀ ਲੰਘਦਾ ਹੋਵੇ ਉਹ ਵੀ ਉਹਨਾਂ ਦੇ ਬਚਨ ਸੁਣਨ ਦੇ ਵਾਸਤੇ ਰੁਕ ਜਾਂਦਾ ਹੈ। ਪੰਡਤ ਸੇ ਮਦਰੇ ਲਗੈ ਕੀਰਤ ਬਦਨ ਅਲਾਏ। ਜਿਸ ਤਰ੍ਹਾਂ ਕੋਈ ਬਹੁਤ ਸੁਲਝਿਆ ਹੋਇਆ ਪੰਡਤ ਵਿਖਿਆਨ ਕਰਦਾ ਹੈ, ਇਸ ਤਰ੍ਹਾਂ ਦੇ ਵਿਖਿਆਨ ਨੂੰ ਸੁਣ ਕੇ ਜਿਹੜੇ ਰਾਹੀ ਲੰਘਣ ਵਾਲੇ ਨੇ ਉਹ ਵੀ ਕੀਰਤੀ ਦਾ ਬਿਆਨ ਕਰਦੇ ਨੇ। ਇਹ ਬਾਲਕ ਕੈਸੇ ਬਚ ਬੋਲੇ, ਬਾਲ ਬੈਸ ਹੈ ਬੋਲ ਅਮੋਲ। ਇੱਕ ਦੂਜੇ ਨੂੰ ਕਹਿੰਦੇ ਨੇ ਕਿ ਇਹ ਜਿਹੜਾ ਬਾਲਕ ਹੈ, ਇਹ ਜਿਹੜਾ ਬੱਚਾ ਹੈ, ਕਿਸ ਤਰ੍ਹਾਂ ਦੇ ਉੱਚੇ ਬਚਨ ਕਰਦਾ ਹੈ। ਉਮਰ ਤੇ ਬਾਲਕਾਂ ਵਾਲੀ ਹੈ ਪਰ ਜਿਹੜੇ ਇਹਦੇ ਬੋਲ ਨੇ ਉਹ ਬਹੁਤ ਹੀ ਜ਼ਿਆਦਾ ਵੱਡ ਮੁੱਲੇ ਨੇ। ਚੰਦ ਬਦਨ ਤੇ ਸੋਦਾ ਸਮਾਨੀ, ਸ਼ਰੁਤਦਰ ਪਾਨਦ ਬੋਲਤ ਬਾਣੀ। ਸਤਿਗੁਰੂ ਜੀ ਆਪਣੇ ਚੰਦਰਮਾ ਵਰਗੇ ਮੁਖੜੇ ਤੋਂ ਅੰਮ੍ਰਿਤ ਵਰਗੀ ਜਿਹੜੀ ਬਾਣੀ ਹੈ ਉਹ ਬਿਆਨ ਕਰਦੇ ਨੇ, ਭਾਵ ਕਿ ਅੰਮ੍ਰਿਤ ਵਰਗੇ ਬਚਨ ਕਰਦੇ ਨੇ। ਸ਼ਰੁਤਦਰ ਪਾਨਤ ਬੋਲਤ ਬਾਣੀ, ਤੇ ਆਪਣੇ ਕੰਨਾਂ ਦੇ ਡੋਨਿਆਂ ਦੇ ਨਾਲ ਉਸ ਅੰਮ੍ਰਿਤ ਨੂੰ ਸੁਣਨ ਵਾਲੇ ਪੀਂਦੇ ਨੇ। ਲਗੀ ਸਿਸਣ ਕੀ ਪ੍ਰੀਤ ਕਨੇਰੀ, ਸੰਗ ਨ ਤਜ ਰਹਿ ਮੁਖ ਹੇਰੀ। ਹੁਣ ਜਿਹੜੇ ਬਾਲਕ ਨੇ ਉਹਨਾਂ ਦੀ ਸਤਿਗੁਰਾਂ ਦੇ ਨਾਲ ਬਹੁਤ ਹੀ ਜ਼ਿਆਦਾ ਵੱਧ ਪ੍ਰੀਤ ਹੋ ਗਈ ਹੈ। ਕਦੇ ਵੀ ਉਹ ਸਤਿਗੁਰਾਂ ਦੇ ਸਾਥ ਨੂੰ ਛੱਡਣਾ ਨਹੀਂ ਚਾਹੁੰਦੇ, ਹਮੇਸ਼ਾ ਸਤਿਗੁਰਾਂ ਦੇ ਲਾਗੇ ਰਹਿੰਦੇ ਨੇ। ਸਦਨ ਆਏ ਜਬ ਦੀਨਾ ਨਾਥੂ, ਸਿਸ ਨਹੀਂ ਤਜ ਰਹਿ ਹਿਤ ਸਾਥੂ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰੂ ਜੀ ਆਪਣੇ ਘਰ ਆ ਜਾਂਦੇ ਨੇ ਉਸ ਵੇਲੇ ਵੀ ਜਿਹੜੇ ਬਾਲਕ ਸਾਥੀ ਨੇ ਉਹ ਨਾਲ ਹੀ ਆ ਜਾਂਦੇ ਨੇ। ਉਹ ਸਤਿਗੁਰਾਂ ਦੇ ਨਾਲ ਜਿਹੜਾ ਹਿੱਤ ਲਾਇਆ ਹੋਇਆ ਉਸ ਨੂੰ ਨਹੀਂ ਭੁੱਲਦੇ। ਬਾਹਰ ਚਲਤਿਓ ਸੰਗ ਸਿਧਾਰ, ਇਸ ਬਿਦ ਨਿਤ ਪ੍ਰਤੀ ਸੁਖਦ ਬਿਹਾਰ। ਜੇ ਘਰੋਂ ਬਾਹਰ ਚਲੇ ਜਾਂਦੇ ਨੇ ਨਾਲ ਹੀ ਜਿਹੜੇ ਸਾਥੀ ਬਾਲਕ ਨੇ ਉਹ ਬਾਹਰ ਚਲੇ ਜਾਂਦੇ ਨੇ, ਨਿੱਤਾ ਪ੍ਰਤੀ ਇਸੇ ਤਰੀਕੇ ਦੇ ਨਾਲ ਉਹ ਸੁਖ ਦੇ ਨਾਲ ਸਤਿਗੁਰਾਂ ਦੇ ਨਾਲ ਹੀ ਵਿਚਰਦੇ ਨੇ।
ਸਵਾਚ ਬਾਚ ਛਿਮੋ ਚਿਤ ਬਾਲਾ, ਕਰੇ ਕਿਤੇ ਜੋ ਦੀਨ ਦਿਆਲਾ। ਕਵੀ ਜੀ ਲਿਖਦੇ ਨੇ ਕਿ ਪਵਿੱਤਰ ਮਨ ਵਾਲੇ ਤੇ ਮੁਕਤੀ ਦੇ ਲਾਇਕ ਬਹੁਤੇ ਸਾਰੇ ਬਾਲਕ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਕਰ ਦਿੱਤੇ। ਲੀਲਾ ਬਾਲਕ ਖੇਲ ਕੀ, ਸਲੰਕਾਰ ਸਭ ਲਾਸ, ਜੋ ਸਿੱਖ ਧਰੈ ਧਿਆਨ ਕੋ, ਦੇ ਸਤਿਗੁਰ ਸੁਖ ਰਾਸ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਾਲਕਾਂ ਵਾਲੀ ਲੀਲਾ ਇਸ ਤਰੀਕੇ ਦੇ ਨਾਲ ਅਲੰਕਾਰਾਂ ਦੇ ਸਹਿਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਰਦੇ ਨੇ। ਜੋ ਸਿੱਖ ਧਰੈ ਧਿਆਨ ਕੋ, ਦੇ ਸਤਿਗੁਰ ਸੁਖ ਰਾਸ। ਜਿਹੜੇ ਵੀ ਸਿੱਖ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਧਿਆਨ ਨੂੰ ਧਾਰਨ ਕਰਦੇ ਨੇ, ਉਹਨਾਂ ਸਿੱਖਾਂ ਦੇ ਸਾਰੇ ਜਿਹੜੇ ਕਾਰਜ ਨੇ ਉਹ ਸੁੱਖਾਂ ਦੀ ਰਾਸ ਸਤਿਗੁਰੂ ਜੀ ਪੂਰੇ ਕਰਦੇ ਨੇ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਸੁੰਦਰ ਸਿਰਿ ਅਰਬਿੰਦ ਬਣੀ, ਗੁਰ ਕੀਰਤ ਆਨੰਦ ਬ੍ਰਿੰਦ ਜਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਜੀ ਦੀ ਸਿਰੀ ਕੀਰਤੀ ਬਹੁਤੇ ਆਨੰਦ ਨੂੰ ਉਪਜਾਉਣ ਵਾਲੀ ਆਪਣੀ ਸੁੰਦਰਤਾ ਵਿੱਚ ਕਮਲਾਂ ਵਾਂਗੂ ਫੱਬ ਰਹੀ। ਮੰਜਲ ਰੂਪ ਮਰਾਲਨ ਉਜਲ, ਸਾਰਦ ਸ਼ੋਭਤ ਨਿਤ ਨਈ। ਹਾਂ, ਉਹ ਆਪਣੀ ਮੰਜ਼ਿਲ ਰੂਪਤਾ ਵਿੱਚ ਹੰਸਾਂ ਵਾਂਗੂ ਉਜਲ ਅਤੇ ਆਪਣੀ ਸੋਭਾ ਵਿੱਚ ਸ਼ਾਰਦਾ ਵਾਂਗੂ ਨਿਤ ਨਵੀਂ ਤੋਂ ਨਵੀਂ ਸ਼ੋਭਾ ਦੇ ਰਹੀ ਹੈ। ਜੇ ਗੁਣ ਗ੍ਰਾਹ ਗੁਣੀ ਅਲ ਕੰਦਲ, ਪ੍ਰੀਤ ਸੁਗੰਧ ਕੀ ਚੀਤ ਭਈ। ਇਹ ਸੁੰਦਰਤਾ ਉਜਲਤਾ ਸ਼ੋਭਾ ਦੇਖ ਕੇ ਜਿਹੜੇ ਭੌਰਿਆਂ ਸਮਾਨ ਗੁਣਾਂ ਨੂੰ ਗ੍ਰਹਿਣ ਕਰਨ ਵਾਲੇ ਸਮੂਹ ਗੁਣੀ ਜਨ ਹਨ, ਉਹਨਾਂ ਦੇ ਚਿੱਤ ਦੇ ਵਿੱਚ ਸਦਾ ਸੁਗੰਧੀ ਲੈਣ ਦੀ ਪ੍ਰੀਤ ਪੈਦਾ ਹੋ ਰਹੀ। ਜਾਚਤ ਹਾਂ ਕਰ ਜੋਰ ਨਿਹੋਰਤ, ਮਾਨਸ ਮੇਰੇ ਮੋਹ ਥਰੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਹਨਾਂ ਨੂੰ ਵੇਖ ਕੇ ਮੈਂ ਵੀ ਹੱਥ ਜੋੜ ਕੇ ਤਰਲੇ ਕਰਦਾ ਹੋਇਆ ਮੰਗਦਾ ਹਾਂ ਕਿ ਸ੍ਰੀ ਸਤਿਗੁਰੂ ਜੀ ਦੀ ਸੁੰਦਰ ਉਜਲ ਨਿਤ ਨਵੀਂ ਸੋਭਾ ਵਾਲੀ ਕੀਰਤੀ ਦੀ ਸੁਗੰਧੀ ਲੈਣ ਦੀ ਪ੍ਰੀਤ ਮੇਰੇ ਮਨ ਵਿੱਚ ਵੀ ਸਥਿਤ ਹੋ ਜਾਵੇ। ਬਾਬਿਦ ਖੇਲਤ ਬਾਲਕ ਸੋ ਮਿਲ, ਬੋਲਤ ਬੋਲ ਬਿਲਾਸ ਬਿਸਾਲ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਅਨੇਕਾਂ ਪ੍ਰਕਾਰ ਦੀਆਂ ਜਿਹੜੀਆਂ ਖੇਡਾਂ ਨੇ ਉਹ ਬਾਲਕਾਂ ਦੇ ਨਾਲ ਮਿਲ ਕੇ ਖੇਡਦੇ ਨੇ, ਉਹਨਾਂ ਦੇ ਨਾਲ ਮਿਲ ਕੇ ਬੋਲਦੇ ਨੇ, ਭਾਵ ਕੇ ਬੜੇ ਸੁੰਦਰ ਉਹਨਾਂ ਦੇ ਨਾਲ ਬਾਲਕਾਂ ਦੇ ਨਾਲ ਬਚਨ ਵੀ ਕਰਦੇ ਨੇ। ਹੇਰਤ ਸੁਤ ਕਾਲੂ ਹਰਖ ਬਿਸਾਲੂ, ਪੜਨੋ ਚਿਤ ਮਨ ਜਾਨ। ਕਵੀ ਜੀ ਲਿਖਦੇ ਨੇ ਕਿ ਕਾਫੀ ਸਾਰਾ ਸਮਾਂ ਇਸੇ ਤਰੀਕੇ ਦੇ ਨਾਲ ਬਤੀਤ ਹੋ ਗਿਆ। ਕਾਲੂ ਜੀ ਇਹ ਗੱਲ ਦੇਖ ਕੇ ਬੜੇ ਪ੍ਰਸੰਨ ਹੋਏ ਨੇ ਕਿ ਮੇਰਾ ਜਿਹੜਾ ਪੁੱਤਰ ਹੈ ਨਾ ਥੋੜਾ ਵੱਡਾ ਹੋ ਗਿਆ, ਇਹ ਪੜਨ ਦੇ ਲਾਇਕ ਹੋ ਗਿਆ। ਹਮ ਕਾਜ ਵਸ਼ੇਖਾ ਸਿੱਖੈ ਲੇਖਾ, ਬੈਸ ਅਬੈ ਪਹਿਚਾਨ। ਕਾਲੂ ਜੀ ਮਨ ਦੇ ਵਿੱਚ ਵਿਚਾਰਦੇ ਨੇ ਕਿ ਮੇਰਾ ਪਟਵਾਰੀ ਦਾ ਕੰਮ ਹੈ, ਇਸ ਕਰਕੇ ਲੇਖੇ ਜੋਖੇ ਦਾ ਜਿਹੜਾ ਕੰਮ ਹੈ ਉਹ ਬਹੁਤ ਵੱਡਾ ਹੈ। ਮੈਨੂੰ ਚਾਹੀਦਾ ਹੈ ਕਿ ਮੈਂ ਇਸ ਨੂੰ ਪੜਨ ਦੇ ਵਾਸਤੇ ਭੇਜ ਦੇਵਾਂ, ਇਹ ਲੇਖਾ ਕਰਨਾ ਸਿੱਖ ਜਾਵੇਗਾ। ਉਮਰ ਜਾਣੀ ਸਤਿਗੁਰਾਂ ਦੀ ਕਿ ਹੁਣ ਇਹਨੂੰ ਪੜਨੇ ਪਾਉਣਾ ਚਾਹੀਦਾ, ਇਹ ਪੜਨ ਦੇ ਲਾਇਕ ਹੋ ਗਿਆ। ਕਾਰੰ ਪਟਵਾਰੀ ਗ੍ਰਾਮੈ ਸਾਰੀ, ਕਰਨੋ ਚਿਤ ਤਬ ਹੋਏ। ਕਾਲੂ ਜੀ ਵਿਚਾਰਦੇ ਨੇ ਕਿ ਪਟਵਾਰੀ ਦਾ ਮੇਰਾ ਕੰਮ ਹੈ, ਬਹੁਤੇ ਸਾਰੇ ਪਿੰਡ ਮੇਰੇ ਅਧਿਕਾਰ ਦੇ ਵਿੱਚ ਨੇ, ਉਹਨਾਂ ਸਾਰਿਆਂ ਪਿੰਡਾਂ ਦੀ ਜ਼ਮੀਨ ਦਾ ਜਿੰਨਾ ਵੀ ਲੇਖਾ ਜੋਖਾ ਹੈ
ਉਹ ਮੈਨੂੰ ਕਰਨਾ ਪੈਂਦਾ ਹੈ। ਜੇਕਰ ਮੇਰਾ ਪੁੱਤਰ ਵੀ ਪੜ ਜਾਵੇਗਾ ਤੇ ਵੀ ਮੇਰੀ ਸਹਾਇਤਾ ਕਰੇਗਾ। ਇਸ ਤਰ੍ਹਾਂ ਸੋਚਿਆ ਕਾਲੂ ਜੀ ਨੇ। ਪਾਂਦੇ ਪਹਿ ਬੈਸੇ ਹਮ ਜੈਸੇ ਸੰਖਿਆ ਨਿਪੁਨ ਸੋਏ। ਕਾਲੂ ਜੀ ਨੇ ਵਿਚਾਰਿਆ ਕਿ ਜਿਸ ਤਰ੍ਹਾਂ ਮੈਂ ਪਾਂਦੇ ਦੇ ਕੋਲ ਜਾ ਕੇ ਬੈਠਿਆ ਤੇ ਮੈਨੂੰ ਉਸਨੇ ਵਿਦਿਆ ਸਿਖਾਈ ਤੇ ਮੈਂ ਵਿਦਿਆ ਦੇ ਕਾਰਨ ਇਸ ਲੇਖੇ ਜੋਖੇ ਨੂੰ ਸਾਂਭਦਾ ਹਾਂ। ਜੇਕਰ ਮੇਰਾ ਪੁੱਤਰ ਵੀ ਪਾਂਦੇ ਦੇ ਕੋਲ ਜਾ ਕੇ ਪੜ੍ਹੇਗਾ ਤੇ ਫਿਰ ਇਹ ਵੀ ਇਸ ਗੱਲ ਦੇ ਵਿੱਚ ਚਤੁਰ ਹੋ ਜਾਏਗਾ, ਨਿਪੁੰਨ ਹੋ ਜਾਏਗਾ। ਬਹੁ ਗੁਣੀ ਅਲਾਵੈ ਸੁਤ ਨ ਪੜਾਵੈ ਸੋ ਸ਼ਤਰੂ ਸਮ ਤਾਤ। ਆਪਣੇ ਮਨ ਦੇ ਵਿੱਚ ਹੀ ਕਾਲੂ ਜੀ ਵਿਚਾਰਾਂ ਵਿਚਾਰਦੇ ਨੇ ਕਿ ਜਿਹੜੇ ਗੁਣੀ ਸੱਜਣ ਨੇ ਉਹ ਇਸ ਤਰ੍ਹਾਂ ਕਹਿੰਦੇ ਨੇ ਕਿ ਜਿਹੜਾ ਮਨੁੱਖ ਆਪਣੇ ਪੁੱਤਰ ਨੂੰ ਪੜਾਉਂਦਾ ਨਹੀਂ ਹੈ, ਉਸ ਨੂੰ ਕਿਸੇ ਤੋਂ ਵਿਦਿਆ ਦਾ ਦਾਨ ਨਹੀਂ ਦਿਵਾਉਂਦਾ, ਉਹ ਤੇ ਆਪਣੇ ਪੁੱਤਰ ਦਾ ਸਾਰਿਆਂ ਤੋਂ ਵੱਡਾ ਵੈਰੀ ਹੁੰਦਾ। ਭਾਵ ਕਿ ਮਾਂ ਬਾਪ ਦਾ ਇਹ ਫਰਜ਼ ਬਣਦਾ ਹੈ ਕਿ ਆਪਣੇ ਬੱਚਿਆਂ ਨੂੰ ਉਹ ਸਿੱਖਿਆ ਦਿਵਾਉਣ। ਇਸ ਤਰ੍ਹਾਂ ਦੀ ਸੋਚ ਸੋਚਦਾ ਹੈ। ਸੋਭਾ ਨਹੀਂ ਪਾਵੇ ਮਤ ਨਹੀਂ ਆਵੇ ਜਗ ਮੈਂ ਇਹ ਬਖਿਆਤ। ਸੋਚਦਾ ਹੈ ਕਿ ਸਿਆਣੇ ਪੁਰਸ਼ ਕਹਿੰਦੇ ਨੇ ਕਿ ਜਿਹੜਾ ਵੀ ਪਿਓ ਆਪਣੇ ਪੁੱਤਰ ਨੂੰ ਸਿੱਖਿਆ ਨਹੀਂ ਦਿਵਾਉਂਦਾ ਉਹਦੇ ਵਰਗਾ ਦੁਨੀਆ ਦੇ ਵਿੱਚ ਉਸ ਪੁੱਤਰ ਦਾ ਕੋਈ ਵੈਰੀ ਨਹੀਂ ਹੁੰਦਾ। ਇਸ ਤੋਂ ਇਲਾਵਾ ਜੇਕਰ ਕਿਸੇ ਬੱਚੇ ਨੂੰ ਵਿਦਿਆ ਨਹੀਂ ਮਿਲਦੀ ਫਿਰ ਉਹ ਦੁਨੀਆ ਦੇ ਉੱਤੇ ਸੋਭਾ ਨਹੀਂ ਪਾਉਂਦਾ, ਜਗ ਦੇ ਵਿੱਚ ਉਹ ਪ੍ਰਗਟ ਨਹੀਂ ਹੁੰਦਾ। ਇਹ ਗੱਲ ਸਾਰੇ ਹੀ ਜਾਣਦੇ ਨੇ। ਜਿੰਨਾ ਚਿਰ ਸਿੱਖਿਆ ਦਿਵਾਈ ਨਹੀਂ ਜਾਂਦੀ ਉਹਨਾਂ ਚਿਰ ਬਾਲਕ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਮਤ ਬੁੱਧੀ ਨਹੀਂ ਹੁੰਦੀ। ਨਹੀਂ ਦਰਬ ਖਟਾਉ ਭੋਰ ਸਬਾਉ ਸਮਝ ਨ ਕੋ ਬਿਦ ਸੋਏ। ਇਸ ਤੋਂ ਇਲਾਵਾ ਕਾਲੂ ਜੀ ਵਿਚਾਰਦੇ ਨੇ ਕਿ ਮੇਰਾ ਜਿਹੜਾ ਪੁੱਤਰ ਹੈ ਨਾਨਕ ਹੈ, ਇਹ ਤੇ ਦਰਬ ਖਟਾਊ ਨਹੀਂ ਹੈ, ਭਾਵ ਕਿ ਪੈਸੇ ਕਮਾਉਣ ਵਾਲਾ ਲੱਗਦਾ ਹੀ ਨਹੀਂ ਹੈ। ਭੋਰ ਸੁਭਾਅ, ਇਹਦਾ ਸੁਭਾਅ ਬੜਾ ਭੋਲਾ ਹੈ। ਸਮਝਣਾ ਕੋਵਿਦ, ਕਿਸੇ ਵੀ ਪ੍ਰਕਾਰ ਦੀ ਇਹਨੂੰ ਕੋਈ ਵੀ ਸਮਝ ਨਹੀਂ ਹੈ। ਇਸ ਕਰਕੇ ਇਹਦੇ ਵਾਸਤੇ ਤੇ ਬਹੁਤਾ ਜ਼ਰੂਰੀ ਬਣਦਾ ਹੈ ਕਿ ਇਸ ਨੂੰ ਪੜਾਇਆ ਜਾਵੇ। ਕਿਉਂ ਹਿਰਦੈ ਵਿਚਾਰਾ ਕਲ ਪੁਨ ਸਾਰਾ ਲੈ ਜਾਵੋ ਸੁਤ ਕੋਏ। ਇਸ ਤਰ੍ਹਾਂ ਦੀ ਕਾਲੂ ਜੀ ਨੇ ਮਨ ਦੇ ਵਿੱਚ ਵਿਚਾਰ ਬਣਾਈ ਹੈ ਤੇ ਸੋਚਿਆ ਹੈ ਕਿ ਕੱਲ ਨੂੰ ਸਵੇਰ ਹੋਣ ਦੇ ਨਾਲ ਹੀ ਮੈਂ ਇਸ ਨੂੰ ਪਾਠਸ਼ਾਲਾ ਪੜਾਉਣ ਦੇ ਵਾਸਤੇ ਲੈ ਜਾਵਾਂਗਾ। ਜਬ ਭੀ ਪਰਬਾਤਾ ਲੈ ਕਰ ਤਾਤਾ ਚਲਨੇ ਪਾਇਓ ਤਿਆਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਹੀ ਅਗਲੀ ਪ੍ਰਭਾਤ ਹੋਈ, ਅਗਲਾ ਸਵੇਰਾ ਚੜਿਆ ਤੇ ਆਪਣੇ ਪੁੱਤਰ ਨਾਨਕ ਨੂੰ ਨਾਲ ਲੈ ਕੇ ਜਾਣ ਦੇ ਵਾਸਤੇ ਤਿਆਰ ਹੋਇਆ। ਅਛਤ ਪਰ ਕਰ ਥਾਰੀ ਬਹੁਰ ਸੁਪਾਰੀ ਲੀਨ ਕਰ ਮੈਂ ਧਾਰ। ਇੱਕ ਵੱਡਾ ਸਾਰਾ ਥਾਲ ਉਸਨੇ ਚੌਲਾਂ ਦਾ ਭਰ ਲਿਆ ਹੈ ਕਾਲੂ ਜੀ ਨੇ। ਇਸ ਤੋਂ ਇਲਾਵਾ ਸੁਪਾਰੀ ਵੀ ਆਪਣੇ ਹੱਥ ਦੇ ਵਿੱਚ ਫੜ ਲਈ। ਪਟ ਨਵ ਪਹਿਰਾਏ ਸੁਭਾਗ ਸੁਹਾਏ ਚਲਿਓ ਤਾਤ ਸੰਗ ਤਾਤ। ਨਵੇਂ ਕੱਪੜੇ ਆਪਣੇ ਪੁੱਤਰ ਨਾਨਕ ਨੂੰ ਵੀ ਕਾਲੂ ਜੀ ਨੇ ਪਹਿਰਾਏ ਨੇ, ਆਪ ਵੀ ਸੁੰਦਰ ਕੱਪੜਿਆਂ ਨੂੰ ਪਹਿਨਿਆ ਹੈ। ਚਲਿਓ ਤਾਤ ਸੰਗ ਤਾਤ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਾ ਰਿਹਾ ਹੈ ਤਾਤ ਦੇ ਨਾਲ ਤਾਤ। ਇੱਕ ਤਾਤ ਦਾ ਭਾਵ ਹੁੰਦਾ ਹੈ ਪਿਓ, ਇੱਕ ਤਾਤ ਦਾ ਭਾਵ ਹੁੰਦਾ ਹੈ ਪੁੱਤਰ। ਇੱਥੇ ਦੋਵਾਂ ਜਗ੍ਹਾ ਦੇ ਉੱਤੇ ਤਾਤ ਹੀ ਸ਼ਬਦ ਪ੍ਰਯੋਗ ਕੀਤਾ, ਪਰ ਮਤਲਬ ਬਿਲਕੁਲ ਵੱਖਰੇ ਨੇ। ਚਲਿਓ ਤਾਤ ਸੰਗ ਤਾਤ, ਭਾਵ ਕੇ ਜਾ ਰਿਹਾ ਹੈ ਆਪਣੇ ਪਿਤਾ ਦੇ ਨਾਲ ਉਹਦਾ ਪੁੱਤਰ ਨਾਨਕ। ਗਤ ਚੰਚਲ ਚਾਰੀ ਗਜ ਸੁਤਵਾਰੀ ਹੇਰਤ ਹਰਖਤ ਮਾਤ। ਜਿਹੜੀ ਗਤੀ ਹੈ, ਜਿਹੜੀ ਤੁਰਨ ਦੀ ਚਾਲ ਹੈ, ਉਹ ਬੜੀ ਚੰਚਲ ਹੈ। ਗਜ ਸੁਤਵਾਰੀ, ਜਿਸ ਤਰ੍ਹਾਂ ਹਾਥੀ ਦਾ ਬੱਚਾ ਤੁਰਦਾ ਹੈ, ਇਸ ਤਰੀਕੇ ਦੇ ਨਾਲ ਸਤਿਗੁਰੂ ਜੀ ਤੁਰ ਰਹੇ ਨੇ ਤੇ ਮਾਤਾ ਦੇਖ ਕੇ ਬੜੀ ਖੁਸ਼ ਹੋ ਰਹੀ ਹੈ। ਮੈਂ ਪਹਿਲਾਂ ਵੀ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਹਾਥੀ ਦੀ ਚਾਲ ਨੂੰ ਸਾਰਿਆਂ ਤੋਂ ਸੁੰਦਰ ਤੇ ਮਸਤ ਚਾਲ ਮੰਨਿਆ ਗਿਆ ਹੈ। ਇਸ ਕਰਕੇ ਜਦੋਂ ਵੀ ਕਿਤੇ ਤੋਰ ਦਾ ਜ਼ਿਕਰ ਆਉਂਦਾ ਹੈ ਤੇ ਉਸ ਵੇਲੇ
ਹਾਥੀ ਦਾ ਪ੍ਰਮਾਣ ਦਿੱਤਾ ਜਾਂਦਾ ਹੈ, ਕਿਉਂਕਿ ਹੁਣ ਸਤਿਗੁਰੂ ਜੀ ਛੋਟੀ ਅਵਸਥਾ ਦੇ ਵਿੱਚ ਨੇ, ਉਹਨਾਂ ਦੀ ਉਮਰ ਛੋਟੀ ਹੈ। ਇਸ ਕਰਕੇ ਇਸ ਜਗ੍ਹਾ ਦੇ ਉੱਤੇ ਕਵੀ ਜੀ ਨੇ ਹਾਥੀ ਵੱਡਾ ਨਹੀਂ ਲਿਖਿਆ, ਹਾਥੀ ਦਾ ਬੱਚਾ ਲਿਖਦੇ ਨੇ ਕਿ ਜਿਸ ਤਰ੍ਹਾਂ ਹਾਥੀ ਦਾ ਬੱਚਾ ਤੁਰਦਾ ਹੈ, ਇਸ ਤਰ੍ਹਾਂ ਸਤਿਗੁਰੂ ਜੀ ਤੁਰ ਰਹੇ ਨੇ ਤੇ ਮਾਤਾ ਦੇਖ ਕੇ ਬੜੀ ਪ੍ਰਸੰਨ ਹੋ ਰਹੀ। ਜਲ ਜਾਤ ਸਿਹ ਪਦ ਜਾਤ ਚਲੇ, ਗਹਿਤਾਤ ਕਰਾਂ ਗੁਰ ਹਾਥ ਉਚਾਈ। ਸਤਿਗੁਰਾਂ ਦੇ ਜਿਹੜੇ ਚਰਨ ਕਮਲ ਨੇ ਉਹ ਬਹੁਤ ਹੀ ਜ਼ਿਆਦਾ ਕੋਮਲ ਨੇ। ਇਸ ਤੋਂ ਇਲਾਵਾ ਆਪਣੇ ਪਿਤਾ ਦੀ ਉਂਗਲੀ ਨੂੰ ਆਪਣੇ ਹੱਥ ਦੇ ਵਿੱਚ ਫੜਿਆ ਹੋਇਆ ਤੇ ਉਂਗਲੀ ਲਾ ਕੇ ਕਾਲੂ ਜੀ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਲਿਜਾ ਰਹੇ ਨੇ ਪਾਠਸ਼ਾਲਾ, ਜਿਹਨੂੰ ਕਿ ਅੱਜ ਕੱਲ ਆਪਾਂ ਅੰਗਰੇਜ਼ੀ ਦੇ ਵਿੱਚ ਸਕੂਲ ਕਹਿ ਦਿੰਦੇ ਹਾਂ। ਦਰਅਸਲ ਪੰਜਾਬੀ ਸ਼ਬਦ ਦਾ ਇਸ ਜਗ੍ਹਾ ਦੇ ਉੱਤੇ ਅਸੀਂ ਪ੍ਰਯੋਗ ਹੀ ਨਹੀਂ ਕਰਦੇ। ਕਿਸੇ ਅਨਪੜ੍ਹ ਨੂੰ ਵੀ ਪੁੱਛ ਲਵੋ ਤੇ ਉਹ ਵੀ ਕਹਿੰਦਾ ਹੈ ਕਿ ਸਕੂਲ। ਸਕੂਲ ਜਿਹੜਾ ਸ਼ਬਦ ਹੈ ਇੰਨਾ ਜ਼ਿਆਦਾ ਵਿਆਪਕ ਹੋ ਚੁੱਕਾ ਹੈ, ਇੰਨਾ ਮਸ਼ਹੂਰ ਹੋ ਚੁੱਕਾ ਹੈ ਕਿ ਅਸੀਂ ਇਸ ਨੂੰ ਪੰਜਾਬੀ ਦੇ ਵਿੱਚ ਵੀ ਵਰਤ ਲੈਂਦੇ ਹਾਂ। ਅਸੀਂ ਸਮਝਦੇ ਹਾਂ ਕਿ ਸਕੂਲ ਹੀ ਹੁੰਦਾ ਹੈ। ਦਰਅਸਲ ਪੰਜਾਬੀ ਦੇ ਵਿੱਚ ਸਕੂਲ ਨੂੰ ਪਾਠਸ਼ਾਲਾ ਆਖਿਆ ਜਾਂਦਾ ਸੀ, ਪਰ ਜ਼ਿਆਦਾ ਵਿਆਪਕ ਹੋਣ ਦੇ ਨਾਲ ਅੱਜ ਕੱਲ ਪਾਠਸ਼ਾਲਾ ਤੇ ਭਾਵੇਂ ਕੋਈ ਘੱਟ ਹੀ ਜਾਣਦਾ ਹੋਵੇ, ਪਰ ਸਕੂਲ ਹਰ ਇੱਕ ਅਨਪੜ੍ਹ ਨੂੰ ਵੀ ਪਤਾ ਹੈ ਕਿ ਸਕੂਲ ਉਹ ਹੁੰਦਾ ਹੈ ਜਿੱਥੇ ਬੱਚੇ ਪੜ੍ਹਦੇ ਨੇ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਪਾਠਸ਼ਾਲਾ ਦੇ ਵੱਲ ਲਿਜਾ ਰਹੇ ਨੇ ਕਾਲੂ ਜੀ। ਚਟ ਸਾਰ ਜਹਾਂ ਅਤਚਾਰ ਬਨੀ ਬਹੁ, ਬਾਰਕ ਬਾਰਹ ਬਾਰ ਅਲਾਈ। ਆਖਰਕਾਰ ਉਸ ਚਾੜਸਾਲ ਦੇ ਕੋਲ ਪਹੁੰਚ ਗਏ ਨੇ। ਪਾਠਸ਼ਾਲਾ ਤੇ ਚਾੜਸਾਲਾ ਇਹ ਦੋਵੇਂ ਹੀ ਸਕੂਲ ਦੇ ਵਾਸਤੇ ਵਰਤੇ ਜਾਂਦੇ ਨੇ। ਚਾਟੜੇ ਆਖਿਆ ਜਾਂਦਾ ਹੈ ਵਿਦਿਆਰਥੀਆਂ ਨੂੰ ਤੇ ਚਾੜਸਾਲਾ ਆਖਿਆ ਜਾਂਦਾ ਹੈ ਉਸ ਜਗ੍ਹਾ ਨੂੰ ਜਿੱਥੇ ਵਿਦਿਆ ਪੜ੍ਹਾਈ ਜਾਂਦੀ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਖਰਕਾਰ ਚਲਦਿਆਂ ਚਲਦਿਆਂ ਉਸ ਪਾਠਸ਼ਾਲਾ ਦੇ ਕੋਲ ਪਹੁੰਚ ਗਏ ਨੇ, ਜਿੱਥੇ ਕਿ ਬਹੁਤ ਸਾਰੇ ਬਾਲਕ ਬੈਠੇ ਨੇ। ਉੱਚੀ ਉੱਚੀ ਬਾਲਕਾਂ ਦੇ ਬੋਲਣ ਦੀ ਜਿਹੜੀ ਆਵਾਜ਼ ਹੈ ਉਹ ਆ ਰਹੀ ਹੈ, ਉੱਚੀ ਉੱਚੀ ਉਹ ਬੋਲ ਬੋਲ ਕੇ ਪੜ੍ਹ ਰਹੇ ਨੇ। ਅੱਜ ਕੱਲ ਵੀ ਉਹ ਰਿਵਾਜ਼ ਖਤਮ ਹੋ ਗਿਆ। ਕਿਤੇ ਪਿੰਡਾਂ ਥਾਵਾਂ ਦੇ ਵਿੱਚ ਜਾਈਏ ਤੇ ਹੁਣ ਵੀ ਜਿਹੜੇ ਪ੍ਰਾਇਮਰੀ ਸਕੂਲ ਨੇ ਉਹਨਾਂ ਦੇ ਵਿੱਚ ਜੇਕਰ ਪਹਾੜੇ ਪੜ੍ਹਾਏ ਜਾਂਦੇ ਨੇ, ਇੱਕ ਬੱਚਾ ਜ਼ੋਰ ਦੇ ਨਾਲ ਬੋਲਦਾ, ਸਾਰੀ ਜਿਹੜੀ ਕਲਾਸ ਹੈ ਪਿੱਛੇ ਜ਼ੋਰ ਦੇ ਨਾਲ ਪੜ੍ਹਦੀ ਹੈ। ਇਸ ਤਰ੍ਹਾਂ ਬੋਲ ਬੋਲ ਕੇ ਉੱਚੀ ਆਵਾਜ਼ ਦੇ ਨਾਲ ਹੀ ਪੜ੍ਹਿਆ ਜਾਂਦਾ ਸੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਜਦੋਂ ਪਾਠਸ਼ਾਲਾ ਦੇ ਲਾਗੇ ਗਏ ਨੇ ਤੇ ਸਾਰਿਆਂ ਬਾਲਕਾਂ ਦੀ ਬਹੁਤ ਉੱਚੀ ਉੱਚੀ ਪੜ੍ਹਾਈ ਦੀ ਜਿਹੜੀ ਆਵਾਜ਼ ਹੈ ਉਹ ਸੁਣਾਈ ਦੇ ਰਹੀ। ਵੈਸੇ ਪਾਂਦੇ ਪਾਸ ਤਬ ਸ੍ਰੀ ਨਾਨਕ ਸੁਖ ਕੰਦ, ਬਾਰਕ ਰਵ ਸਾਹਿਰ ਕਰ ਜਾਣੇ ਅਰਬਿੰਦ ਆਨੰਦ। ਆਖਰਕਾਰ ਕਾਲੂ ਜੀ ਪਾਂਦੇ ਦੇ ਕੋਲ ਲੈ ਕੇ ਆਪਣੇ ਪੁੱਤਰ ਨਾਨਕ ਨੂੰ ਪਹੁੰਚ ਗਏ ਨੇ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਪਾਂਦੇ ਦੇ ਕੋਲ ਬਿਠਾਇਆ, ਜਿਹਨੂੰ ਅੱਜ ਕੱਲ ਅਸੀਂ ਮਾਸਟਰ ਕਹਿੰਦੇ ਹਾਂ। ਉਸ ਮਾਸਟਰ ਦੇ ਕੋਲ ਪਾਂਦੇ ਦੇ ਕੋਲ ਸਤਿਗੁਰਾਂ ਨੂੰ ਬਿਠਾਇਆ। ਬਾਰਕ ਰਵ ਸਾਹਿਰ ਕਰ ਜਾਣੇ ਅਰਬਿੰਦ ਆਨੰਦ। ਕਵੀ ਸੰਤੋਖ ਸਿੰਘ ਜੀ ਪ੍ਰਮਾਣ ਦਿੰਦੇ ਨੇ ਕਿ ਜਿਹੜਾ ਇਹ ਨਾਨਕ ਬਾਲਕ ਸੀ ਇਹ ਸੂਰਜ ਵਰਗਾ ਸੀ, ਤੇ ਜਿਹੜਾ ਉਹ ਪਾਂਦਾ ਸੀ, ਜਿਹੜਾ ਉਹ ਮਾਸਟਰ ਸੀ, ਉਹ ਮਾਨੋ ਕਿ ਕਮਲ ਦੇ ਫੁੱਲ ਵਰਗਾ ਸੀ। ਜਿਸ ਤਰ੍ਹਾਂ ਕਮਲ ਦਾ ਫੁੱਲ ਖਿੜ ਜਾਂਦਾ ਹੈ ਸੂਰਜ ਦਾ ਦਰਸ਼ਨ ਕਰਕੇ, ਇਸੇ ਤਰੀਕੇ ਦੇ ਨਾਲ ਸੂਰਜ ਵਰਗਾ ਦਰਸ਼ਨ ਸਤਿਗੁਰਾਂ ਦਾ ਉਸ ਪਾਂਦੇ ਨੇ ਕੀਤਾ ਤੇ ਉਹਦਾ ਕਮਲ ਵਰਗਾ ਹਿਰਦਾ ਖਿੜ ਗਿਆ। ਕਾਲੂ ਕਹੇ ਪਾਂਦਾ ਸੁਣ ਨਾਨਕ ਹਮਾਰੋ ਸੁਣ, ਜਾਂ ਕੋ ਤੂੰ ਪੜਾਏ ਗੁਣ ਦੀਜੀਏ ਨਿਜ ਹੇਤ ਸੇ। ਕਾਲੂ ਜੀ ਉਸ ਪਾਂਦੇ ਨੂੰ ਕਹਿੰਦੇ ਨੇ ਕਿ ਸੁਣੋ ਪਾਂਦਾ ਜੀ, ਇਹ ਨਾਨਕ ਮੇਰਾ ਪੁੱਤਰ ਹੈ, ਇਸ ਨੂੰ ਤੁਸੀਂ ਪੜਾਉਣਾ ਹੈ, ਇਹਨੂੰ ਵਿਦਿਆ ਦਾ ਗੁਣ ਦੇਣਾ ਹੈ ਪ੍ਰੇਮ ਦੇ ਨਾਲ। ਦੇਉ ਮੈਂ ਉਪਾਇਨ ਗੁਨਾਹਿਨ ਸੋ ਹੋਏ ਜਬ, ਏਕ ਦੋ ਹਾਇਨ ਮੈਂ ਕੀਜੀਏ ਸੁਚੇਤ ਸੋ। ਪਾਂਦੇ ਨੂੰ ਕਾਲੂ ਜੀ ਕਹਿੰਦੇ ਨੇ ਕਿ ਮੈਂ ਤੈਨੂੰ ਭੇਟਾ ਦੇਵਾਂਗਾ ਜਦੋਂ ਮੇਰਾ ਪੁੱਤਰ ਪੜ੍ਹ ਲਿਖ ਕੇ ਗੁਣ ਵਾਲਾ ਹੋ ਜਾਏਗਾ। ਮੈਂ ਤੈਨੂੰ ਕਹਿਣਾ ਹਾਂ ਕਿ 1-2 ਵਰਿਆਂ ਦੇ ਵਿੱਚ ਇਸ ਨੂੰ ਬਿਲਕੁਲ ਸੁਚੇਤ ਕਰ ਦੇ, ਹੁਸ਼ਿਆਰ ਕਰ ਦੇ। ऐसे मुख पाखे अभिलाख है पढ़ाई की,
ਸੌਂਪ ਕਾਰੇ ਆਤਮ ਅਜ ਗਾਵਣਿਓ ਨਕੇਤ ਸੋ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੀਆਂ ਗੱਲਾਂ ਕਾਲੂ ਜੀ ਨੇ ਪਾਂਧੇ ਨੂੰ ਆਖਿਆ ਨੇ, ਤੇ ਨਾਲ ਹੀ ਆਖਿਆ ਹੈ ਅਭਿਲਾਖ ਹੈ ਪੜ੍ਹਾਈ ਕੀ। ਮੇਰੇ ਮਨ ਦੇ ਵਿੱਚ ਬੜੀ ਲਾਲਸਾ ਹੈ ਕਿ ਮੇਰਾ ਪੁੱਤਰ ਬਹੁਤ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਪੜ੍ਹੇ। ਇਸ ਤਰ੍ਹਾਂ ਦੀ ਗੱਲ ਕਰਕੇ ਆਪਣੇ ਪੁੱਤਰ ਨਾਨਕ ਜੀ ਨੂੰ ਸੌਂਪ ਕੇ ਪਾਂਧੇ ਦੇ ਕੋਲ ਤੇ ਫਿਰ ਕਾਲੂ ਆਪਣੇ ਘਰ ਨੂੰ ਮੁੜ ਆਇਆ। ਪਾਂਧੇ ਅਹਿਲਾਦ ਕੇ ਮਹੂਰਤ ਕੋ ਸਾਧ ਕੇ सरस्वती आराध जो सब मत देत है। पांधा भी बहुत ज्यादा प्रसन्न होया, उसने मुहूर्त नूं साधिया है ते फिर सारियां ही सिक्ख्या दी मत देण वाली जिहड़ी सरस्वती है उस नूं आराध्या है। आम तौर ते जिहड़ी विद्या है वो 3 प्रकार दी सिरमौर मन्नी जांदी है। एक है ये विद्या जिस तरह के कविता लिखण दी विद्या है। इस तो इलावा चित्रकारी दी विद्या, इस नूं भी बड़ा बरीक मन्निया जाता है। इस तो इलावा संगीत विद्या, ये जिहड़ियां 3 विद्या ने इन्हां नूं सिरमौर लिखिया जाता है। विद्या दी दाता सरस्वती मन्नी जाती है। इस करके आम तौर ते जदों भी कोई कवि कविता लिखण लगदा है ते ओह सरस्वती दी आराधना जरूर करदा है। इत्थे भी कवि जी ने बहुत वारी सरस्वती दी आराधना कीती है कि मेरी कविता दे विच तूं रसां नूं भर। मेरा सिर्फ कहण तो भाव यह है कि इस जगह दे उत्ते हुण विद्या दा दान पंडित देण लगा है, पढ़ाई दी विद्या दा। इस करके उन्हें सरस्वती दी आराधना कीती है जो कि सारियां ही विद्यावां दा दान देण वाली है। विद्या दी दाती मन्निया जाता है सरस्वती देवी। संख्या को जो आद सो सिखावन की सीख देत संख्या ते असंख ताको संख्या को सिखाई। हुण ग्रंथाकार भाई संतोख सिंह जी लिखते हैं कि संख्या तो भाव है कि गिणती। पहला शुरू तो लैके गिणती सिखाउणी शुरू की है सतगुरां नूं पांधे ने। अगे कवि जी प्रमाण देंदे ने कि जिहड़ा सारियां ही गिणतियां तो परे है उस नूं सिक्ख्या सिखा रहे। जनक बिसाए गयो तांते तेह मान करियो पढ़ियान बाक जैसे पांधा सो पढ़ावे। ग्रंथाकार भाई संतोख सिंह जी लिखते हैं कि सतगुरु नानक दे पिता जी पांधे दे कोल बिठा गए ने पढ़न दे वास्ते। इस करके मान रखण दे वास्ते अपने पिता दा हुण सतगुरां ने पढ़ना शुरू कर दिता है। जिस तरह पांधा अगे अगे पढ़दा है उसे तरह सतगुरु नानक दे सच्चे पातशाह जी पिछे पिछे बोलदे। जान मती वाणे अप्रमाण हर खान मन किनो या न माने देर ना लगावही। गिनती तो बाद पांधे ने पहाड़े पढ़ाने शुरू कीते ने ते जदों मगर मगर पूरे तरीके दे नाल बोले सतगुरु नानक देव सच्चे पातशाह ते फिर अपने मन दे विच पांधे ने अनुमान लाया है कि ये ते बहुत ही ज्यादा छेती सिख रहा है, ये देर नहीं लावेगा, बड़ा छेती पढ़ जाएगा। पढ़े तत्काल तन पाए हो बेसाल बाल भलो मती साल तो लिया की को ना पावही। पांधे दे मन दे विच खुशी पैदा हुई है कि बालक दे बहुत छेती पढ़ाई नूं पढ़ रहा है, तत्काल ही सिखदा जा रहा है। जेकर मैं थोड़े चिर दे विच ही बहुता ज्यादा इस नूं विद्या सिखा दिती ते कालू दा पिता मेरे ते बड़ा खुश होवेगा ते मैनूं बहुत ज्यादा धन देवेगा, क्योंकि जिहड़ा बालक है ना इहदी बुद्धि बहुत ज्यादा विशाल है। दूसरे बालकां दे नाल बच्चियां दे नाल ये बिल्कुल नहीं रलदा। एक दिन सारे पढ़ियो पांधे जो उचारे बैन सांझ पई ऐन आए अजर सुहायो है। एक दिन दे विच जो कुछ भी पढ़ाया पांधे ने वो सारे दा सारा उन्हां नूं सतगुरां नूं भाव के याद हो गया। शामां दे वेले पाठशाला दे विचों अपने घर दे वेड़े दे विच आण वड़े सतगुरु जी। हेर हार खाए माए अंक में बसाए ले बूझियो पढ़ियो है कैसे पैड़ा आनन लायो है। जदों सतगुरु जी पढ़ के आए ते वेख के माता तृप्ता जी बड़े खुश होए, अपनी गोदी दे विच बिठा लिया ते माता जी ने सवाल किया पढ़ियो कैसे। नानक दस की अज पढ़ के आया है। पैड़ा आनन अलायो है,
कवि संतोख सिंह जी लिखते ने कि उस वेले एक पहाड़ा सुनाया माता नू सतगुरां ने। खाए अन्न रैन पुन की निमोज सैन तब जाको कब पैना हेर चैन मन पायो है। इस तो बाद थोड़ा बहुता खेडे, इन्ने चिर नूं रात हो गई ते फिर प्रसाद पानी छक के रात दे वेले सुख दे नाल सौण दे वास्ते चले गए ने। कब भैना जिन्हां नूं किसे दा कदे भी कोई भै नहीं है। हेरे चैन मन पायो है, जिन्हां नूं देख के ही मन दे विच चैन पैदा हुंदा है, शांति आउंदी। भई जब भोर कालू लैके पांदे ओर गयो, सुनी नुत गौर तात हृदय हर खायो है। सवेर होण दे नाल फिर सतगुरु नानक देव सच्चे पातशाह जी नूं कालू जी ने उंगली लाया है ते पांदे दे कोल पाठशाला दे विच लैके पहुंच गए ते पांदे ने सतगुरां दी बड़ी उस्तति कीती कि तेरा पुत्र ते बहुत हुशियार है, जो मैं कल पढ़ाया इनू सारा कोई याद हो गया। इस तरीके दे नाल जदों अपने पुत्र नानक दी सिफत नूं सुनिया पांदे दे कोलों ते कालू जी बहुत ही ज्यादा प्रसन्न होए। इस तरीके दे नाल सतगुरां दी विद्या शुरू हुई। सो साध संगत जी समय दी समाप्ति है। जिस तरह ग्रंथाकार भाई संतोख सिंह जी इस अगले इतिहास नूं अगे बयान करनगे वो मैं कल दे समय दे विच अर्ज करांगा। अगे जो सतगुरु सच्चे पातशाह जी दी रजा होवेगी उसे तरह वरते गया जिन्नियां ही अर्जां करदा होया मैं इत्थे ही कथा नूं विश्राम दे के सारी साध संगत तो खिमा दा जाचका। हे अच्युत हे पार ब्रह्म अविनाशी अगनास, हे पूरन हे सर्ब में दुख पंजन गुणतास, हे संगी हे निरंकार हे निर्गुण सब टेक, हे गोबिंद हे गुण निधान जाके सदा विवेक, हे अपरंपर हर हरे है पी होवन हार, हे संता कै सदा संग ने धारा आधार, हे ठाकुर हो दास रो मैं निर्गुण गुण नहीं कोय, नानक दीजै नाम दान राखो ही परोय, जाही कुल ते प्रगट होय ताही कुल को नाम, पुन द्वादश गोरिंद को मेरी है प्रणाम।